हाँ जी स्टूडेंट्स, आ एक टॉपिक पहला तुसी स्टार्ट किया सी मॉडर्न कंसैप्ट ऑफ स्ट्रक्चर ऑफ एटम ਜਾਂ ਫਿਰ ਉਹਨੂੰ ਨਾਮ ਦਿੱਤਾ ਸੀ ਕੁਆਂਟਮ ਮਕੈਨੀਕਲ ਮਾਡਲ ਦਾ, ਜਿਹਦੇ ਵਿੱਚ ਜੋ ਨੀਲਸ ਬੋਹਰ ਨੇ ਜੋ ਆਪਣਾ ਅਟੋਮਿਕ ਮਾਡਲ ਦਿੱਤਾ ਸੀ, ਜੋ ਉਹਦੇ 'ਚ ਕਮੀਆਂ ਰਹਿ ਗਈਆਂ ਸੀ, ਉਹਨਾਂ ਕਮੀਆਂ ਨੂੰ ਫਿਰ ਇਸ ਕੰਸੈਪਟ ਦੀ ਹੈਲਪ ਦੇ ਨਾਲ ਦੂਰ ਕੀਤਾ ਗਿਆ, ਜਿਹਦੇ 'ਚ ਤੁਸੀਂ ਆ ਜੋ ਦੋ ਕੰਸੈਪਟ ਨਵੇਂ ਹੈ ਉਹ ਡਿਸਕਸ ਕੀਤੇ, ਡਿਊਲ ਨੇਚਰ ਆਫ ਮੈਟਰ ਅਤੇ ਹੈਸਨਬਰਗਸ ਅਨਸਰਟੇਨਿਟੀ ਪ੍ਰਿੰਸੀਪਲ। ਇਹ ਦੋਨੋਂ ਜਿਹੜੇ ਕੰਸੈਪਟ ਨੇ ਇਹਨਾਂ ਤੋਂ ਬਾਅਦ ਫਿਰ ਅੱਜ ਨੈਕਸਟ ਆਪਾਂ ਜੋ ਟੌਪਿਕ ਸਟਾਰਟ ਕਰਾਂਗੇ ਉਹ ਹੈ ਸਾਡੇ ਕੋਲ ਕੁਆਂਟਮ ਮਕੈਨੀਕਲ ਮਾਡਲ ਆਫ ਐਟਮ ਐਂਡ ਕੰਸੈਪਟ ਆਫ ਅਟੋਮਿਕ ਔਰਬਿਟਲ। ਸੋ ਇਹ ਜੋ ਟੌਪਿਕ ਇੱਥੇ ਅੱਜ ਤੁਸੀਂ ਡਿਸਕਸ ਕਰਨਾ ਹੈ, ਇਹਦੇ ਵਿੱਚ ਕੁਆਂਟਮ ਮਕੈਨੀਕਲ ਮਾਡਲ ਜੋ ਹੈ ਇਹਦੇ ਜੋ ਫੀਚਰਸ ਨੇ ਉਹਨਾਂ ਦੇ ਬਾਰੇ ਡਿਸਕਸ਼ਨ ਇੱਥੇ ਕੀਤੀ ਗਈ ਹੈ ਕਿ ਉਹ ਫੀਚਰਸ ਕਿਵੇਂ ਲਏ ਗਏ ਅਤੇ ਕਿਉਂ ਲਏ ਗਏ, ਅਤੇ ਜੋ ਰਦਰਫੋਰਡ ਦੇ ਅਟੋਮਿਕ ਮਾਡਲ ਦੇ ਵਿੱਚ ਜਾਂ ਨੀਲਸ ਬੋਹਰ ਦੇ ਅਟੋਮਿਕ ਮਾਡਲ ਦੇ ਵਿੱਚ ਕਮੀਆਂ ਰਹਿ ਗਈਆਂ ਸੀ, ਉਹਨਾਂ ਨੂੰ ਫਿਰ ਕਿਵੇਂ ਕੀਤਾ ਗਿਆ ਇਸ ਮਾਡਲ ਦੀ ਹੈਲਪ ਦੇ ਨਾਲ। ਸੋ ਇਹ ਜੋ ਟੌਪਿਕ ਹੈ ਅੱਜ ਤੁਹਾਨੂੰ ਬੁੱਕ ਤੋਂ ਕਰਵਾ ਰਿਹਾ ਮੈਂ, ਇਹ ਸਿਰਫ ਤੁਸੀਂ ਅੰਡਰਸਟੈਂਡ ਕਰਨਾ ਹੈ, ਸਮਝਣਾ ਹੈ, ਇਹ ਤੁਸੀਂ ਕਾਪੀ ਦੇ ਵਿੱਚ ਨਹੀਂ ਲਿਖਣਾ, ਇਹ ਲਿਖਣ ਦੇ ਲਈ ਨਹੀਂ ਹੈ। ਲਿਖਣ ਦੇ ਲਈ ਤਾਂ ਤੁਹਾਨੂੰ ਕੁਆਂਟਮ ਮਕੈਨੀਕਲ ਮਾਡਲ ਦੇ ਫੀਚਰਸ ਆਉਣਗੇ, ਉਹ ਤੁਹਾਨੂੰ ਬਾਅਦ ਦੇ ਵਿੱਚ ਲਿਖਾਏ ਜਾਣਗੇ ਜ਼ਰੂਰ। ਜੇਕਰ ਤੁਹਾਡੀ ਕਲਾਸ ਲੱਗਦੀ ਹੁੰਦੀ ਤਾਂ ਤੁਹਾਨੂੰ ਜ਼ਰੂਰ ਇਹ ਇਸੇ ਤਰ੍ਹਾਂ ਬੋਰਡ ਦੇ ਉੱਤੇ ਸਮਝਾ ਦਿੱਤਾ ਜਾਣਾ ਸੀ ਟੌਪਿਕ, ਬਟ ਉਹ ਨਹੀਂ ਹੈ ਸਾਡੇ ਕੋਲ ਸਿਸਟਮ, ਇਸ ਕਰਕੇ ਤੁਹਾਨੂੰ ਇਹ ਬੁੱਕ ਦੇ ਵਿੱਚੋਂ ਹੀ ਮੈਂ ਪੜ੍ਹ ਕੇ ਇੱਥੇ ਦੱਸ ਰਿਹਾ। ਇਹ ਸਿਰਫ ਤੁਹਾਡੀ ਅੰਡਰਸਟੈਂਡਿੰਗ ਦੇ ਲਈ ਹੈ, ਇਸ ਕਰਕੇ ਲਿਖਣਾ ਨਹੀਂ ਹੈ ਕਿਸੇ ਬੱਚੇ ਨੇ, ਬਟ ਇਹਨੂੰ ਸੁਣ ਲੈਣਾ ਅਤੇ ਸਮਝ ਲੈਣਾ ਜ਼ਰੂਰ। ਕੋਈ ਇਹਦੇ 'ਚ ਲਾਈਨ ਜਾਂ ਕੋਈ ਹੋਰ ਚੀਜ਼ ਨਾ ਸਮਝ ਲੱਗੇ ਤਾਂ ਤੁਸੀਂ ਪੁੱਛ ਵੀ ਲੈਣਾ। ਸੋ ਇਹ ਹੈ ਸਾਡੇ ਕੋਲ ਇਹਦੇ 'ਚ ਦੱਸਿਆ ਹੋਇਆ, the wave character of an electron and uncertainty in its position and momentum gave a serious blow to Bohr's model of an atom। ਕਹਿੰਦੇ ਜੋ ਦੋ ਨਵੀਆਂ ਡਿਵੈਲਪਮੈਂਟਸ ਜਿਹੜੀਆਂ ਕੁਆਂਟਮ ਮਕੈਨੀਕਲ ਮਾਡਲ ਨੇ ਦਿੱਤੀਆਂ, ਨੰਬਰ 1 ਵੇਵ ਕਰੈਕਟਰ ਆਫ ਇਲੈਕਟ੍ਰੋਨ ਅਤੇ ਅਨਸਰਟੇਨਿਟੀ ਇਨ ਪੋਜੀਸ਼ਨ ਐਂਡ ਮੋਮੈਂਟਮ, ਜਿਹੜਾ ਤੁਸੀਂ ਪੜ੍ਹੇ ਹੈ ਇਹ ਹੈਸਨਬਰਗਸ ਅਨਸਰਟੇਨਿਟੀ ਪ੍ਰਿੰਸੀਪਲ। ਇਹਨਾਂ ਦੋਨਾਂ ਨੇ ਕਹਿੰਦੇ ਇਹ ਦੋਨੋਂ ਜਿਹੜੀਆਂ ਡਿਵੈਲਪਮੈਂਟ ਸੀ, ਇਹਨਾਂ ਨੇ ਬੋਹਰ ਦੇ ਅਟੋਮਿਕ ਮਾਡਲ ਨੂੰ ਇੱਕ ਬਹੁਤ ਸੀਰੀਅਸਲੀ ਹਿੱਟ ਕੀਤਾ, ਮਤਲਬ ਬਹੁਤ ਇੱਕ ਧੱਕਾ ਦਿੱਤਾ ਉਹਨੂੰ, ਕਿ ਜਿਹਦੇ ਨਾਲ ਉਹ ਜਿਹੜਾ ਅਟੋਮਿਕ ਮਾਡਲ ਹੈ ਬਿਲਕੁਲ ਡਿਸਕਾਰਡ ਕੀਤਾ ਇਹਨਾਂ ਨੇ, ਕਿ ਉਹਦੇ ਵਿੱਚ ਬਹੁਤ ਜ਼ਿਆਦਾ ਕਮੀ ਹੈ। ਕਿਵੇਂ? ਅਕੋਰਡਿੰਗ ਟੂ ਬੋਹਰ the electrons revolve around the nucleus in certain well defined circular paths। ਕਹਿੰਦੇ ਬੋਹਰ ਦੇ ਅਕੋਰਡਿੰਗ ਉਹਨੇ ਇਹ ਦੱਸਿਆ ਸੀ ਕਿ ਜਿਹੜੇ ਇਲੈਕਟ੍ਰੋਨਸ ਨੇ ਉਹ ਨਿਊਕਲੀਅਸ ਦੇ ਆਲੇ ਦੁਆਲੇ ਇੱਕ ਸਰਕੂਲਰ ਜੋ ਹੈ ਔਰਬਿਟਸ, ਜਿਨ੍ਹਾਂ ਦੀ ਐਨਰਜੀ ਜੋ ਹੈ ਬਿਲਕੁਲ ਵੈਲ ਡਿਫਾਈਨਡ ਹੈ, ਉਹਦੇ ਵਿੱਚ ਰਿਵੋਲਵ ਕਰਦੇ ਆ। ਬਟ ਦ ਆਈਡੀਆ ਆਫ ਅਨਸਰਟੇਨਿਟੀ ਇਨ ਪੋਜੀਸ਼ਨ ਐਂਡ ਵੈਲੋਸਿਟੀ ਓਵਰ ਰੂਲਡ ਦਾ ਬੋਹਰਜ਼ ਪਿਕਚਰ ਆਫ ਫਿਕਸਡ ਔਰਬਿਟਸ। ਪਰ ਜੋ ਕਹਿੰਦੇ ਹੈਸਨਬਰਗ ਨੇ ਆਪਣਾ ਅਨਸਰਟੇਨਿਟੀ ਪ੍ਰਿੰਸੀਪਲ ਦਿੱਤਾ, ਤਾਂ ਉਹਨੇ ਇਹ ਬੋਹਰ ਦੇ ਜੋ ਫਿਕਸਡ ਔਰਬਿਟਲ ਦਾ ਜੋ ਸਿਧਾਂਤ ਸੀ ਉਹਨੂੰ ਬਿਲਕੁਲ ਉਹਨੇ ਡਿਸਕਾਰਡ ਕਰ ਦਿੱਤਾ, ਓਵਰ ਰੂਲਡ ਕਰ ਦਿੱਤਾ ਉਹਨੂੰ। ਦਸ ਦ ਕਲਾਸੀਕਲ ਮਕੈਨਿਕਸ ਕੁਡ ਨਾਟ ਡਿਸਕ੍ਰਾਈਬ ਦ ਬਿਹੇਵੀਅਰ ਆਫ ਇਲੈਕਟ੍ਰੋਨਸ ਇਨ ਐਟਮਸ ਕਰੈਕਟਲੀ। ਸੋ ਇਹ ਜੋ ਕੁਝ ਵੀ ਡਿਸਕਸ ਕੀਤਾ ਗਿਆ ਸੀ, ਇਹ ਇੱਕ ਫਿਜ਼ਿਕਸ ਦੀ ਬ੍ਰਾਂਚ ਹੈ ਕਲਾਸੀਕਲ ਮਕੈਨਿਕਸ, ਉਹਦੇ ਵਿੱਚ ਇਹ ਨੀਲਸ ਬੋਹਰ ਨੇ ਆਪਣਾ ਅਟੋਮਿਕ ਮਾਡਲ ਜੋ ਹੈ ਦੱਸਿਆ। ਬਟ ਕਹਿੰਦੇ ਫਿਰ ਇਹ ਕਲਾਸੀਕਲ ਮਕੈਨਿਕਸ ਜਿਹੜੀ ਹੈ ਇਹ ਇਲੈਕਟ੍ਰੋਨਸ ਦੀ ਜੋ ਪੋਜੀਸ਼ਨ ਹੈ ਐਟਮਸ ਦੇ ਵਿੱਚ ਉਹ ਕਰੈਕਟਲੀ ਨਹੀਂ ਦੱਸ ਪਾਈ। ਦੇਅਰਫੋਰ ਦ ਸਾਇੰਟਿਸਟ ਸਟਾਰਟਡ ਲੁਕਿੰਗ ਫॉर ਅ ਮਾਡਲ ਵਿਚ ਕੁਡ ਇਨਕੋਰਪੋਰੇਟ ਦ ਡਿਊਲ ਕਰੈਕਟਰ ਆਫ ਮੈਟਰ ਐਂਡ ਅਨਸਰਟੇਨਿਟੀ ਪ੍ਰਿੰਸੀਪਲ। ਕਹਿੰਦੇ ਫਿਰ ਬਾਅਦ ਵਿੱਚ ਕੀ ਹੋਇਆ ਕਿ ਜਿਹੜੇ ਸਾਇੰਸਦਾਨ ਹੈ ਉਹਨਾਂ ਨੇ ਇਹ ਚੀਜ਼ ਦੇਖਣੀ ਸ਼ੁਰੂ ਕਰ ਦਿੱਤੀ ਕਿ ਕੋਈ ਇਹੋ ਜਿਹਾ ਜੋ ਹੈ ਨਵਾਂ ਅਟੋਮਿਕ ਮਾਡਲ ਜੋ ਹੈ ਉਹ ਬਣਾਇਆ ਜਾਵੇ, ਜਿਹੜਾ ਇਹਨਾਂ ਦੋਨੋਂ ਜੋ ਡਿਵੈਲਪਮੈਂਟਸ ਨੇ, ਇੱਕ ਡਿਊਲ ਕਰੈਕਟਰ ਆਫ ਮੈਟਰ ਅਤੇ ਦੂਜੀ ਅਨਸਰਟੇਨਿਟੀ ਪ੍ਰਿੰਸੀਪਲ, ਇਹਨਾਂ ਦੇ ਨਾਲ ਜੋ ਮੇਲ ਖਾਂਦੀ ਹੋਵੇ, ਇਹੋ ਜਿਹਾ ਕੋਈ ਅਟੋਮਿਕ ਮਾਡਲ ਜੋ ਹੈ ਉਹ ਬਣਾਉਣ ਦਾ ਉਹਨਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ। ਦਿਸ ਰਿਜ਼ਲਟਡ ਇਨ ਏ ਨਿਊ ਅਪਰੋਚ ਕਾਲਡ ਕੁਆਂਟਮ ਮਕੈਨਿਕਸ ਔਰ ਵੇਵ ਮਕੈਨਿਕਸ। ਕਹਿੰਦੇ ਉਹਦਾ ਨਤੀਜਾ ਇਹ ਨਿਕਲਿਆ ਕਿ ਉਹਨਾਂ ਨੇ ਇੱਕ ਨਵੀਂ ਫਿਰ ਫਿਜ਼ਿਕਸ ਦੀ ਬ੍ਰਾਂਚ ਬਣਾਈ ਸਾਇੰਸਦਾਨਾਂ ਨੇ, ਜਿਹਨੂੰ ਨਾਮ ਦਿੱਤਾ ਉਹਨਾਂ ਨੇ ਕੁਆਂਟਮ ਮਕੈਨਿਕਸ ਦਾ ਜਾਂ ਫਿਰ ਵੇਵ ਮਕੈਨਿਕਸ ਦਾ। ਕੁਆਂਟਮ ਜੋ ਪਲੈਂਕਸ ਕੁਆਂਟਮ ਥਿਊਰੀ ਸੀ, ਕੁਆਂਟਮ ਮੀਨਸ ਫਿਕਸਡ ਜੋ ਹੈ ਇੱਕ ਪੈਕੇਟ ਐਨਰਜੀ ਦਾ ਜੋ ਲਾਈਟ ਦੇ ਆਉਂਦੇ ਆ, ਸੋ ਉੱਥੋਂ ਹੀ ਇਹ ਵਰਡ ਲਿਆ ਗਿਆ ਕੁਆਂਟਮ। ਸੋ ਕੁਆਂਟਮ ਮਕੈਨਿਕਸ ਜਾਂ ਫਿਰ ਵੇਵ ਮਕੈਨਿਕਸ ਜੋ ਹੈ ਇੱਕ ਨਵੀਂ ਜੋ ਫਿਜ਼ਿਕਸ ਦੀ ਬ੍ਰਾਂਚ ਹੈ ਫਿਰ ਉਹਨਾਂ ਨੇ ਐਸਟੈਬਲਿਸ਼ ਕੀਤੀ।
quantum mechanics was developed independently in 1926 by Werner Heisenberg and Erwin Schrödinger। ਕਹਿੰਦੇ ਦੋ ਸਾਇੰਟਿਸਟ ਹੋਏ ਵਰਨਰ ਹੈਸਨਬਰਗ ਐਂਡ ਇਰਵਿਨ ਸ਼ਰਡਿੰਜਰ। ਇਹਨਾਂ ਦੋਨਾਂ ਨੇ ਇੰਡੀਪੈਂਡੈਂਟਲੀ 1926 ਦੇ ਵਿੱਚ ਫਿਜ਼ਿਕਸ ਦੀ ਬ੍ਰਾਂਚ ਜੋ ਹੈ ਐਸਟੈਬਲਿਸ਼ ਕੀਤੀ ਇਹਨਾਂ ਨੇ ਕੁਆਂਟਮ ਮਕੈਨਿਕਸ। ਔਨ ਦ ਬੇਸਿਸ ਆਫ ਕੁਆਂਟਮ ਮਕੈਨਿਕਸ Schrödinger proposed a model of an atom which considered wave particle duality of matter and Heisenberg uncertainty principle। ਕਹਿੰਦੇ ਇਸ ਕੁਆਂਟਮ ਮਕੈਨਿਕਸ ਤੇ ਬੇਸਡ ਸ਼ਰਡਿੰਜਰ ਜੋ ਇਰਵਿਨ ਸ਼ਰਡਿੰਜਰ ਜੋ ਸਾਇੰਟਿਸਟ ਸੀ ਉਹਨੇ ਐਟਮ ਦਾ ਇੱਕ ਇਹੋ ਜਿਹਾ ਮਾਡਲ ਪ੍ਰਪੋਜ਼ ਕੀਤਾ ਜਿਹਦੇ ਵਿੱਚ ਪਾਰਟੀਕਲ ਨੇਚਰ ਜਿਹੜਾ ਹੈ ਤੇ ਵੇਵ ਨੇਚਰ ਦੋਨੋਂ ਹੀ ਜੋ ਨੇਚਰ ਹੈ ਮੈਟਰ ਦੇ ਉਹ ਵੀ ਫੁੱਲਫਿਲ ਕਰਦੇ ਸੀ ਕੰਡੀਸ਼ਨ ਐਟਮ ਦੇ ਵਿੱਚ, ਤੇ ਨਾਲ ਦੀ ਨਾਲ ਹੈਸਨਬਰਗ ਦਾ ਅਨਸਰਟੇਨਿਟੀ ਪ੍ਰਿੰਸੀਪਲ ਵੀ ਉਹ ਐਟੋਮਿਕ ਮਾਡਲ ਫੁੱਲਫਿਲ ਕਰਦਾ ਸੀ। ਦਿਸ ਮਾਡਲ ਵਾਜ਼ ਨੋਨ ਐਜ਼ ਕੁਆਂਟਮ ਮਕੈਨੀਕਲ ਮਾਡਲ ਆਫ ਐਟਮ, ਤੇ ਇਸ ਮਾਡਲ ਨੂੰ ਉਹਨੇ ਨਾਮ ਦਿੱਤਾ ਸੀ ਕੁਆਂਟਮ ਮਕੈਨੀਕਲ ਮਾਡਲ ਦਾ। In 1927, Erwin Schrödinger described the wave motion of the electron in three-dimensional space around the nucleus by a mathematical equation known as Schrödinger wave equation। 1927 ਦੇ ਵਿੱਚ ਕਹਿੰਦੇ ਇਰਵਿਨ ਸ਼ਰਡਿੰਜਰ ਨੇ ਇਲੈਕਟ੍ਰੋਨ ਦੀ ਵੇਵ ਮੋਸ਼ਨ ਦੱਸਣ ਦੇ ਲਈ ਕਿ ਇਲੈਕਟ੍ਰੋਨ ਜੋ ਹੈ ਉਹ 3 ਡਾਇਮੈਂਸ਼ਨਲੀ ਮੂਵ ਕਰਦਾ ਹੈ ਨਿਊਕਲੀਅਸ ਦੇ ਆਲੇ ਦੁਆਲੇ, ਤਾਂ ਇਹ ਦੱਸਣ ਦੇ ਲਈ ਉਹਨੇ ਇੱਕ ਮੈਥੇਮੈਟੀਕਲ ਇਕੁਏਸ਼ਨ ਬਣਾਈ ਜਿਸ ਨੂੰ ਨਾਮ ਦਿੱਤਾ ਉਹਨੇ ਸ਼ਰਡਿੰਜਰ ਵੇਵ ਇਕੁਏਸ਼ਨ ਦਾ। ਤੇ ਆਹ ਸੀ ਉਹ ਇਕੁਏਸ਼ਨ ਕਰਲੀ ਸਕੇਅਰ ਸਾਈ, ਇਹਨੂੰ ਸਾਈ ਕਹਿੰਦੇ ਇਹਨੂੰ, ਓਵਰ ਕਰਲੀ ਐਕਸ ਸਕੇਅਰ प्लस करली स्केयर साई अपॉन करली वाई स्केयर प्लस करली स्केयर साई अपॉन करली जैड स्केयर। ये जो करली है या साई वर्ड है, ये साई वगैरह तो जो वर्ड ने ये तुसी फिजिक्स भी पढ़ोगे। आ करली जो वर्ड है ये तुसी मैथ दे विच पढ़ते हैं, इनू डबल डेरीवेटिव कहते हैं। सिंगल हुंदा इत्थे एक करली हुंदा करली साई तो मीनस सिंगल डेरीवेटिव, करली स्केयर हो गया मतलब डबल डेरीवेटिव या इंटैगरल ये मैथ दे विच तुसी डिस्कस करने हैं, ਉੱਥੋਂ ਇਹ ਟਰਮਸ ਲਈਆਂ ਗਈਆਂ। ਪਲੱਸ 8 ਪਾਈ ਸਕੇਅਰ ਐਮ ਅਪੋਨ ਐਚ ਸਕੇਅਰ ਇੰਟੂ ਈ ਮਾਈਨਸ ਵੀ ਸਾਈ ਇਜ਼ ਇਕੁਅਲ ਟੂ 0। ਇਹ ਇਰਵਿਨ ਸ਼ਰਡਿੰਜਰ ਨੇ ਇੱਕ ਆਪਣੀ ਵੇਵ ਇਕੁਏਸ਼ਨ ਦਿੱਤੀ ਸੀ। ਇਹ ਵੇਵ ਇਕੁਏਸ਼ਨ ਇੱਥੇ ਡਾਇਰੈਕਟਲੀ ਦਿੱਤੀ ਗਈ ਹੈ, ਬਟ ਜੇਕਰ ਤੁਸੀਂ BSc ਫਸਟ ਈਅਰ 'ਚ ਜਾਓਗੇ ਤਾਂ ਉੱਥੇ ਇਹਦੀ ਮੈਥੇਮੈਟੀਕਲ ਡੈਰੀਵੇਸ਼ਨ ਵੀ ਹੈ ਕਿ ਕਿੱਥੋਂ ਇਹ ਇਕੁਏਸ਼ਨ ਆ ਗਈ, ਬਟ ਇੱਥੇ ਸਿਰਫ ਡਾਇਰੈਕਟ ਜੋ ਹੈ ਇਹਦੀ ਇੰਪਲੀਮੈਂਟੇਸ਼ਨ ਹੀ ਹੈ। ਵੇਅਰ ਸਾਈ ਇਜ਼ ਦਾ ਐਂਪਲੀਟਿਊਡ ਆਫ ਦਾ ਵੇਵ। ਇੱਥੇ ਜੋ ਇਹ ਵਰਡ ਸਾਈ ਹੈ ਇਹ ਐਂਪਲੀਟਿਊਡ ਹੈ ਵੇਵ ਦਾ। ਵੇਵ ਮੀਨਸ ਇਲੈਕਟ੍ਰੋਨਸ ਜਿਹੜੇ ਉਹਨਾਂ ਦਾ ਵੇਵ ਨੇਚਰ ਹੈ, ਮੀਨਸ ਇਹ ਇਲੈਕਟ੍ਰੋਨਸ ਦਾ ਹੀ ਐਂਪਲੀਟਿਊਡ ਹੈ। ਐਂਪਲੀਟਿਊਡ ਦੇ ਬਾਰੇ ਤੁਸੀਂ ਪਹਿਲਾਂ ਵੀ ਪੜ੍ਹਿਆ ਕਿ ਕਿੰਨੀ ਹਾਈਟ ਹੁੰਦੀ ਹੈ ਕ੍ਰੈਸਟ ਦੀ ਜਾਂ ਕਿੰਨਾ ਡੈਪਥ ਹੁੰਦੀ ਹੈ ਟਰਫ ਦੀ, ਉਹਨੂੰ ਐਂਪਲੀਟਿਊਡ ਕਹਿੰਦੇ ਆ। ਮੀਨਸ ਇਲੈਕਟ੍ਰੋਨ ਕਿੰਨੀ ਕੁ ਹਾਈਟ ਤੱਕ ਚਲੇ ਜਾਂਦਾ ਜਾਂ ਕਿੰਨੀ ਡੈਪਥ ਤੱਕ ਚਲੇ ਜਾਂਦਾ, ਇਹ ਸਾਈ ਜੋ ਹੈ ਇਹ ਇਲੈਕਟ੍ਰੋਨ ਦਾ ਐਂਪਲੀਟਿਊਡ ਦੱਸਦੀ ਹੈ। ਮੀਨਸ ਵੇਵ ਦਾ ਐਂਪਲੀਟਿਊਡ, ਵੇਵ ਵੀ ਉਹੀ ਕਿਉਂਕਿ ਇੱਥੇ ਇਲੈਕਟ੍ਰੋਨਸ ਦਾ ਵੇਵ ਨੇਚਰ ਹੈ ਤਾਂ ਉਹਨਾਂ ਨੂੰ ਵੇਵਸ ਦੀ ਤਰ੍ਹਾਂ ਹੀ ਇੱਥੇ ਕੰਸੀਡਰ ਕੀਤਾ ਗਿਆ ਕੁਆਂਟਮ ਮਕੈਨਿਕਸ ਦੇ ਵਿੱਚ। ਨੈਕਸਟ ਅੱਗੇ x, y ਐਂਡ z ਆਰ ਦਾ ਕੋਆਰਡੀਨੇਟਸ ਆਫ ਦਾ ਪੋਜੀਸ਼ਨ ਆਫ ਇਲੈਕਟ੍ਰੋਨ, ਕਿ ਇਲੈਕਟ੍ਰੋਨ x ਐਕਸਿਸ ਦੇ ਵਿੱਚ ਹੈ ਜਾਂ y ਦੇ ਵਿੱਚ ਜਾਂ z ਐਕਸਿਸ ਦੇ ਵਿੱਚ, ਤੇ ਉਹਦੇ ਇਹ ਕੋਆਰਡੀਨੇਟਸ ਨੇ। E is the total energy of the electron, V is the potential energy, M is the mass of electron and H is the Planck's constant। curly square psi upon curly x square represents second differential derivative of psi with respect to x। curly square psi upon curly y square represents second differential derivative of psi with respect to y, and curly square psi upon curly z square represents second differential derivative of psi with respect to z। so ਇਸ ਤਰ੍ਹਾਂ ਇਹ ਸਾਡੇ ਕੋਲ ਜੋ ਸ਼ਰਡਿੰਜਰ ਨੇ ਇੱਕ ਵੇਵ ਇਕੁਏਸ਼ਨ ਦਿੱਤੀ ਹੈ ਜਿਹਦੇ ਵਿੱਚ ਇਹ ਸਾਈ ਜੋ ਹੈ ਇਹ ਵੇਵ ਫੰਕਸ਼ਨ ਹੈ। ਐਕਸ ਐਕਸਿਸ ਦੇ ਵਿੱਚ ਇਲੈਕਟ੍ਰੋਨ ਕਿੱਥੇ ਜਾਂਦਾ, ਵਾਈ ਐਕਸਿਸ ਦੇ ਵਿੱਚ ਉਹਦੀ ਪੋਜੀਸ਼ਨ, ਜ਼ੈਡ ਐਕਸਿਸ ਦੇ ਵਿੱਚ ਉਹਦੀ ਪੋਜੀਸ਼ਨ, ਅਤੇ ਪਲੱਸ ਐਨਰਜੀ ਇਲੈਕਟ੍ਰੋਨ ਦੀ, ਪੋਟੈਂਸ਼ੀਅਲ ਐਨਰਜੀ ਅਤੇ ਮਾਸ ਇਲੈਕਟ੍ਰੋਨ ਦਾ, ਪਲੈਂਕਸ ਕੌਂਸਟੈਂਟ, ਇਹ ਸਾਰੀਆਂ ਟਰਮਸ ਨੂੰ ਮਿਲਾ ਕੇ ਸ਼ਰਡਿੰਜਰ ਨੇ ਇੱਕ ਇਕੁਏਸ਼ਨ ਦਿੱਤੀ ਸੀ ਜਿੱਥੋਂ ਇਲੈਕਟ੍ਰੋਨ ਦੀ ਪੋਜੀਸ਼ਨ ਦਾ ਪਤਾ ਚੱਲਦਾ ਕਿ ਇਲੈਕਟ੍ਰੋਨ ਕਿੱਥੇ ਪ੍ਰੈਜੈਂਟ ਹੈ ਨਿਊਕਲੀਅਸ ਦੇ ਸਰਾਊਂਡਡ। ਸੋ ਅੱਜ ਦੇ ਲਈ ਤੁਹਾਡਾ ਇੰਨਾ ਟੌਪਿਕ ਸਹੀ ਇਹ। ਨੈਕਸਟ ਟੌਪਿਕ ਤੁਹਾਡਾ ਆਪਾਂ ਨੈਕਸਟ ਵੀਡੀਓ 'ਚ ਡਿਸਕਸ ਕਰਾਂਗੇ। ਮੈਂ ਇੱਕ ਵਾਰ ਫਿਰ ਦੱਸ ਰਿਹਾ ਕਿ ਇਹ ਟੌਪਿਕ ਸਿਰਫ ਤੁਹਾਡੀ ਅੰਡਰਸਟੈਂਡਿੰਗ ਦੇ ਲਈ ਹੈ,
ਇਹਨੂੰ ਤੁਸੀਂ ਕਾਪੀ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਨਹੀਂ ਕਰਨੀ, ਕੋਈ ਫਾਇਦਾ ਨਹੀਂ ਹੈ, ਸਿਰਫ ਸਮਝਣਾ ਹੀ ਹੈ ਤੁਸੀਂ ਇਹਨੂੰ। ਸੋ ਅੱਜ ਦੇ ਲਈ ਇੰਨਾ ਟੌਪਿਕ ਸਹੀ। ਥੈਂਕ ਯੂ।